Welcome back to all my viewers on my YouTube channel. I am Surendra Kumar. Today I am discuss about to the third session related to the mean mod median. In this session I am complete their means all topics with their three series. In their two parts I am discuss about to the individual and discrete series, which students has been comes to the first time on my YouTube channel. So subscribe my channel just to wait for a bright future, and also press bell icon for the latest updation regarding to these kinds of videos. In this session we are discussing about their step deviation method and continuous series. In this session, which students has been not views my first and second part of this video, so must be a watch this session. After that you will be a continuous from to the third part of the mean. Now without wasting your time, we are starting from this session. You ready? Let's go. In this, the first is direct method we have using into the continuous series. Now what do you mean by continuous series, and how do we discriminate, how can we differentiate between to the individual discretes and continuous series? In the first part video we are discussing about to the what do you mean by individual series and how it is can be allocated. We are discussing in the first part, and now then we have second part we are discussing about to the discrete series, how to know this series was a individual and this series was a discrete series. We are differentiating between these two series. Now we are continuous from to the continuous series. In the continuous series we are differentiating with the help of these kinds of things like 20 and 30. These are continuous series indication or a symbol which has been shown that this series is belongs to the continuous series. ਜੇਕਰ ਅਸੀਂ ਗੱਲ ਕਰੀਏ ਵੀ ਕੰਟੀਨਿਊਸ ਸੀਰੀਜ਼ ਕੀ ਹੁੰਦੀ ਹੈ, ਜਿਹੜੀ ਕਿ ਸੀਰੀਜ਼ 20 ਤੋਂ 30, 30 ਤੋਂ 40 ਜਾਂ 50 ਇਹੋ ਜਿਹੀਆਂ ਸੀਰੀਜ਼ ਦੇ ਵਿੱਚ ਚੱਲਦੀ ਹੁੰਦੀ ਆ, ਇਹਨੂੰ ਅਸੀਂ ਕਹਿੰਦੇ ਹਾਂ ਕਲਾਸ ਇੰਟਰਵਲ, CI ਕਹਿੰਦੇ ਹੁੰਦੇ ਹਾਂ ਕਲਾਸ ਇੰਟਰਵਲ। ਜੇਕਰ ਇਹਨਾਂ ਵਿੱਚ ਚੱਲਦੀ ਹੋਵੇ ਤਾਂ ਹਮੇਸ਼ਾ ਉਹਨੂੰ ਸੀਰੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਕੰਟੀਨਿਊਸ ਸੀਰੀਜ਼ ਕਹਿ ਦਿੰਦੇ ਹਾਂ। ਅਤੇ ਨੀਚੇ ਵਾਲੀ ਜਿਹੜੀ ਪਰਸਨਸ ਦੇ ਬਾਰੇ ਦੱਸਿਆ ਹੁੰਦਾ ਉਹਨੂੰ ਅਸੀਂ F ਕਹਿੰਦੇ ਹਾਂ। ਹੁਣ ਇਹਦਾ ਫਾਰਮੂਲਾ ਕੀ ਹੁੰਦਾ ਜਦੋਂ ਅਸੀਂ ਡਾਇਰੈਕਟ ਸੀਰੀਜ਼ ਦੇ ਵਿੱਚ ਇਹ ਕੱਢਣਾ ਵਾ, ਤੁਸੀਂ ਲਿਖ ਸਕਦੇ ਹੋ ਸਮੇਸ਼ਨ FM ਓਵਰ N ਜਾਂ ਫਿਰ fx ਓਵਰ n, ਤਾਂ ਇਹ ਤੁਸੀਂ ਲਿਖ ਸਕਦੇ ਹੋ। ਅਤੇ ਇਹਦੇ ਥਰੂ ਅਸੀਂ ਆਨਸਰ ਕੱਢਣ ਦੀ ਕੋਸ਼ਿਸ਼ ਕਰਾਂਗੇ। ਸਾਰੇ ਬੱਚਿਆਂ ਨੇ ਪਹਿਲਾਂ ਇਹਦੀ ਸੀਰੀਜ਼ ਜਿਹੜੀ ਆ ਉਹ ਬੜੇ ਧਿਆਨ ਨਾਲ ਦੇਖਣੀ ਆ, ਅਤੇ ਇਹਨੂੰ ਕਾਪੀ ਦੇ ਉੱਤੇ ਨੋਟ ਡਾਊਨ ਕਰ ਲਓ ਚਾਹੇ, ਤਾਂ ਜੋ ਕੀ ਆ ਤੁਸੀਂ ਆਪਣੇ ਆਪ ਜਦੋਂ ਇਹ ਸਮ ਸੋਲਵ ਕਰੋ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇ ਆਨਸਰ ਈਜ਼ੀਲੀ ਕੈਲਕੂਲੇਟ ਹੋ ਸਕਣ। ਸਟਾਰਟ ਕਰਦੇ ਹਾਂ ਇਹਦੇ ਸੈਸ਼ਨ ਨੂੰ। ਦੇਖੋ ਆ ਬਣਾਈ ਹੋਈ ਆ ਮੇਰੀ ਸੀਰੀਜ਼ ਦੇ ਵਿੱਚ। ਦੇਖੋ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ। ਇਨਕਮ ਜਿਹਨੂੰ ਅਸੀਂ CI ਕਹਿੰਦੇ ਹਾਂ, 20 30 30 40 40 50 50 60 60 70 70 80 ਇਹ ਬਣਾ ਲਈ। ਦੈਨ ਇੱਕ ਵੈਲਿਊ ਅਸੀਂ ਕੈਲਕੂਲੇਟ ਕਰਨੀ ਹੈ ਜਿਹਨੂੰ M ਕਿਹਾ ਜਾਂਦਾ, ਅਤੇ ਇਹਨੂੰ ਕਿਹਾ ਜਾਂਦਾ ਮਿਡ ਵੈਲਿਊ। ਹਾਊ ਟੂ ਇਟਸ ਕੈਲਕੂਲੇਟ, ਵੀ ਸ਼ੁੱਡ ਬੀ ਆ ਪਲੱਸ these are class intervals which has been giving into the series ਦੇ ਵਿੱਚ ਜਿਹੜੇ ਕਲਾਸ ਇੰਟਰਵਲਸ ਦਿੱਤੇ ਹੋਏ ਨੇ ਜਿਵੇਂ 20 to 30, ਉਹਨਾਂ ਨੂੰ ਪਹਿਲਾਂ ਕਰ ਲਓ ਪਲੱਸ ਅਤੇ ਡਿਵਾਈਡ ਕਰੋ 2 ਦੇ ਨਾਲ। 20 ਅਤੇ 30 ਪਲੱਸ ਕਰਾਂਗੇ ਤਾਂ ਕਿੰਨਾ ਆਏਗਾ ਸਾਡਾ, ਆਏਗਾ 50 50 ਡਿਵਾਈਡ ਬਾਏ 2। ਜਦੋਂ ਅਸੀਂ ਇਹਨੂੰ ਕੱਟ ਦਿੰਦੇ ਹਾਂ ਤਾਂ ਕਿੰਨੀ ਵੈਲਿਊ ਆਏਗੀ, 25 ਆ ਜਾਏਗੀ। ਤਾਂ ਇਹ ਤੁਸੀਂ ਵੈਲਿਊ ਐਵੇਂ ਕੱਢ ਲੈਣੀ ਹੈ। ਦੈਨ ਤੁਸੀਂ ਇਹਦੇ ਵਿੱਚ ਡਿਫਰੈਂਸ ਦੇਖ ਲਓ ਵੀ ਇਹਦਾ ਕਿੰਨਾ ਵਾ, 20 ਅਤੇ 30 ਦੇ ਵਿੱਚ ਕਿੰਨਾ ਵਾ, 10 ਆ। ਵੈਸੇ ਤਾਂ ਤੁਸੀਂ ਉੱਦਾਂ ਵੀ ਕੱਢ ਸਕਦੇ ਜਿੱਦਾਂ ਹੁਣ ਆਪਾਂ ਸਿੱਖਿਆ ਵਾ। ਨੈਕਸਟ ਦੀ ਵੀ ਕੱਢ ਕੇ ਦੇਖ ਲੈਂਦੇ ਹਾਂ। ਦੇਖੋ ਜਿਵੇਂ 70 + 40 ਡਿਵਾਈਡ ਬਾਈ 2 ਕਰ ਦੋਗੇ ਤਾਂ ਕਿੰਨਾ ਆ ਜਾਏਗਾ, 35 ਜਿਹੜਾ ਆਏਗਾ ਉਹ ਆ ਜਾਏਗਾ। ਜੇਕਰ ਇਹਨੂੰ ਹੋਰ ਈਜ਼ੀ ਕੱਢਣਾ ਵਾ, ਇਹਨਾਂ ਦੇ ਵਿੱਚ ਡਿਫਰੈਂਸ ਦੇਖ ਲਓ ਕਿੰਨਾ ਵਾ, 20 ਅਤੇ 30 ਦੇ ਵਿੱਚ 10 ਦਾ ਡਿਫਰੈਂਸ ਆ। ਤਾਂ ਜਿਹੜੀ ਫਸਟ M ਦੀ ਵੈਲਿਊ ਕੱਢੀ ਆ ਉਹਦੇ ਵਿੱਚ 10 10 ਪਲੱਸ ਕਰਦੇ ਜਾਓ ਤਾਂ ਸਾਰੀ ਵੈਲਿਊ ਐਵੇਂ ਕੈਲਕੂਲੇਟ ਹੋ ਜਾਏਗੀ, 20 35 45 55 65 75। ਇਹਨੂੰ ਐਵੇਂ ਕੱਢ ਸਕਦੇ ਹੋ। ਚਾਹੇ ਜੇਕਰ ਤੁਸੀਂ ਕੈਲਕੂਲੇਟ ਵੀ ਕਰਕੇ ਦੇਖੋ, ਜਿਵੇਂ ਮੈਂ ਇੱਕ ਆਹ ਵੈਲਿਊ ਕੈਲਕੂਲੇਟ ਕਰਕੇ ਦਿਖਾਉਣਾ ਵਾ। ਦੇਖਦੇ ਹਾਂ, ਦੇਖੋ 60 to 70, 60 + 70 ਡਿਵਾਈਡ ਬਾਈ 2 ਕਰਦੇ ਹਾਂ। ਦੇਖੋ 60 ਅਤੇ 70 ਕਿੰਨਾ ਹੋਏਗਾ, 130। 130 ਡਿਵਾਈਡ ਬਾਈ 2, ਇਹਨੂੰ ਜਦੋਂ ਕਟਿੰਗ ਕਰਦੇ ਹਾਂ ਤਾਂ ਕਿੰਨਾ ਆਏਗਾ, 65 ਆ ਜਾਏਗਾ। ਤਾਂ ਇਸ ਤਰੀਕੇ ਨਾਲ ਤੁਸੀਂ M ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹੋ। ਤਾਂ ਇਹ ਸੀਗੀ ਸੀਰੀਜ਼ ਜਿਹਦੇ ਵਿੱਚ ਅਸੀਂ M ਦੀ ਵੈਲਿਊ ਕੱਢਣੀ ਹੈ। ਦੈਨ ਸਾਡੇ ਕੋਲ F ਦੀ ਵੈਲਿਊ ਜਿਹੜੀ ਉਹ ਗਿਵਨ ਹੈ, ਠੀਕ ਆ, ਜਿਹਨੂੰ ਅਸੀਂ ਨੰਬਰ ਆਫ ਪਰਸਨਸ ਕਹਿੰਦੇ ਹਾਂ। ਦੇਖੋ ਤੁਹਾਨੂੰ ਦਿਖਾ ਦਿੰਦਾ ਪਿਆ 4 7 16 20 15 ਅਤੇ 8। ਉਹੀ ਵੈਲਿਊਜ਼ ਅਸੀਂ ਇੱਥੇ ਲਿਖਾਂਗੇ। ਦੇਖੋ 4 7 16 20 15 8। ਇਹਨਾਂ ਦਾ ਕਰ ਲੈਣਾ ਸਮ, ਜਿਸ ਤਰੀਕੇ ਨਾਲ ਅਸੀਂ ਪਹਿਲੀਆਂ ਦੋ ਸੀਰੀਜ਼ ਜਿਹੜਾ ਪਹਿਲੇ ਦੋ ਮੈਥਡ ਕੱਢੇ ਸੀਗੇ ਉਹਦੇ ਅਕੋਰਡਿੰਗ। ਇੱਥੇ ਆ ਜਾਏਗਾ 70 N = 70। ਹੁਣ FM ਕਿਵੇਂ ਨਿਕਲੇਗੀ, ਮਿਡ ਵੈਲਿਊ ਨੂੰ F ਦੇ ਨਾਲ ਮਲਟੀਪਲਾਈ ਕਰ ਲੈਣਾ ਵਾ
ਤਾਂ ਤੁਹਾਡੀ FM ਨਿਕਲ ਆਏਗੀ ਜਿਵੇਂ 25 ਮਲਟੀਪਲਾਈ ਬਾਈ 4 ਇਜ਼ ਇਕੁਅਲ ਟੂ 100, ਦੈਨ 35 ਮਲਟੀਪਲਾਈ ਬਾਈ 7 245, then 45 multiplied by 16 720, then 55 multiplied by 20 1100, ਤੇ 65 multiplied by 15 975, then 75 multiplied by 8 600। ਇਹਨੂੰ ਇਦਾਂ ਮਲਟੀਪਲਾਈ ਕਰਨ ਤੋਂ ਬਾਅਦ ਇਹਦਾ ਸਾਰੀ ਦੀ ਵੈਲਿਊ ਦਾ ਕੀ ਕਰ ਲੈਣਾ, ਪਲੱਸ ਕਰ ਲੈਣਾ ਵਾ, ਜਿਹੜਾ ਸਮ ਕਰਕੇ ਵੈਲਿਊ ਆਏਗੀ 3740 ਰੁਪੀਜ਼ ਜਿਹੜੀ ਆ ਉਹ ਆ ਜਾਏਗੀ ਵੈਲਿਊ। ਦੈਨ ਇਹਦਾ ਫਾਰਮੂਲਾ ਸਾਨੂੰ ਯਾਦ ਆ, ਐਕਸ ਦੇ ਉੱਤੇ ਜਿਹੜੀ ਵਾਰ ਪਈ ਹੁੰਦੀ ਇਹਨੂੰ ਮੀਨ ਕਿਹਾ ਜਾਂਦਾ ਵਾ, ਤਾਂ FM ਡਿਵਾਈਡ ਬਾਈ F ਇਹ ਵੈਲਿਊ ਤੁਹਾਡੀ ਆਏਗੀ। ਹੁਣ ਇਹਨੂੰ ਕੱਢਣਾ ਪਏਗਾ FM ਨੂੰ। FM ਦੀ ਵੈਲਿਊ ਕਿੰਨੀ ਆਏਗੀ 3740 ਡਿਵਾਈਡ ਬਾਈ 70, ਅਤੇ ਇਹਦੀ ਕਟਿੰਗ ਕਰ ਲੈਣੀ ਆ, ਜਾਂ ਤੁਸੀਂ ਆਪਣੇ ਕੈਲਕੂਲੇਟਰ ਦੇ ਉੱਤੇ ਡਿਵਾਈਡ ਕਰ ਸਕਦੇ ਹੋ, ਤਾਂ ਇਹਦਾ ਆਨਸਰ ਆਏਗਾ 53.43। ਇਹ ਤੁਸੀਂ ਚੈੱਕ ਵੀ ਕਰ ਸਕਦੇ ਹੋ ਕੈਲਕੂਲੇਟਰ ਦੇ ਉੱਤੇ, ਜਾਂ ਤੁਸੀਂ ਕਟਿੰਗ ਕਰੋਗੇ ਜਾਂ ਡਿਵਾਈਡ ਕਰੋਗੇ ਤਾਂ ਉਹਦੇ ਨਾਲ ਤੁਹਾਡਾ ਆ ਜਾਏਗਾ, ਤਾਂ ਇਹਦਾ ਆਏਗਾ 53.43। ਇਹ ਤੁਹਾਡਾ ਆਨਸਰ ਆਇਆ ਕਿਸ ਮੈਥਡ ਦੇ ਨਾਲ, ਡਾਇਰੈਕਟ ਮੈਥਡ ਨਾਲ। ਆ ਡਾਇਰੈਕਟ ਮੈਥਡ ਹੈ, ਤੁਸੀਂ ਮੈਂ ਉੱਪਰ ਵੀ ਲਿਖਿਆ ਸੋਲਵ ਵਿਦ ਦੀ ਡਾਇਰੈਕਟ ਮੈਥਡ। ਅਸੀਂ ਡਾਇਰੈਕਟ ਮੈਥਡ ਨਾਲ ਹੀ ਸੋਲਵ ਕੀਤਾ ਅਤੇ ਇਸ ਤਰੀਕੇ ਨਾਲ ਆਨਸਰ ਕੱਢ ਲਿਆ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ। ਹੁਣ ਅਸੀਂ ਚੱਲਦੇ ਹਾਂ ਇਹਦੇ ਨੈਕਸਟ ਮੈਥਡ ਦੇ ਥਰੂ, ਇਹਨੂੰ ਕਿੱਦਾਂ ਕੈਲਕੂਲੇਟ ਕੀਤਾ ਜਾਏਗਾ। ਦੇਖੋ ਤੁਹਾਨੂੰ ਦਿੱਤੀ ਹੋਈ ਹੈ ਸੈਕਿੰਡ ਪ੍ਰੋਬਲਮ, ਉਹਦੇ ਵਿੱਚ ਵੀ ਜਿਹੜੀ ਸੀਰੀਜ਼ ਆ ਸੇਮ ਡਿਕਟੋ ਹੀ ਆ ਜਿਹੜੀ ਅਸੀਂ ਪਹਿਲਾਂ ਜਿਹੜਾ ਡਾਇਰੈਕਟ ਮੈਥਡ ਨਾਲ ਕੱਢਿਆ ਵਾ, ਉਹਦੀ ਸੀਰੀਜ਼ ਦੇ ਨਾਲ ਬਿਲਕੁਲ ਮੈਚ ਕਰਦੀ ਆ, ਅਤੇ ਜਿਹੜੀ ਉਹਦੀ ਐਫ ਆ ਉਹ ਵੀ ਉਹਦੇ ਨਾਲ ਮੈਚ ਕਰਦੀ ਹੈ। ਤਾਂ ਹੁਣ ਅਸੀਂ ਇਹੀ ਸਮ ਨੂੰ ਅਸੀਂ ਕਿਹਦੇ ਨਾਲ ਕੱਢਾਂਗੇ, ਸ਼ਾਰਟਕਟ ਮੈਥਡ ਦੇ ਨਾਲ, ਯਾਨੀ ਕਿ ਜਿਹੜਾ ਸੈਕਿੰਡ ਮੈਥਡ ਆ ਉਹਦੇ ਨਾਲ ਅਸੀਂ ਇਹਨੂੰ ਵੈਲਿਊ ਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਉਹਦਾ ਜਿਹੜਾ ਫਾਰਮੂਲਾ ਵਾ ਉਹ ਸਾਨੂੰ ਯਾਦ ਹੋਏਗਾ, A + FDX ਓਵਰ F। ਇਹ ਫਾਰਮੂਲਾ ਸੀਗਾ, ਚਾਹੇ ਇੱਥੇ ਸਮੇਸ਼ਨ ਲਗਾ ਲਓ, ਤਾਂ ਇਹ ਸੀਗਾ ਇਹਦਾ ਮੀਨ ਕੱਢਣ ਦਾ ਕਿਹੜੇ ਫਾਰਮੂਲੇ ਨਾਲ, ਸ਼ਾਰਟਕਟ ਮੈਥਡ ਦੇ ਨਾਲ। ਤਾਂ ਹੁਣ ਇਹਦਾ ਅਸੀਂ ਦੇਖਦੇ ਹਾਂ, ਸੌਰੀ ਜ਼ਿਆਦਾ ਫਾਸਟ ਹੋ ਗਿਆ ਸੀ। ਆ ਦੇਖੋ ਸ਼ਾਰਟਕਟ ਮੈਥਡ ਆ ਰਿਹਾ ਵਾ। ਸ਼ਾਰਟਕਟ ਮੈਥਡ ਦਾ ਫਾਰਮੂਲਾ ਹੁਣੀ ਆਪਾਂ ਡਿਸਕਸ ਕੀਤਾ, A + ਸਮੇਸ਼ਨ FDX ਓਵਰ ਸਮੇਸ਼ਨ F। ਅਸੀਂ ਇਹ ਡਿਸਕਸ ਕੀਤਾ ਅਤੇ ਹੁਣ ਅਸੀਂ ਇਹਨੂੰ ਸੋਲਵ ਕਰਾਂਗੇ। ਉੱਦਾਂ ਹੀ ਅਸੀਂ ਕੀ ਕਰਨਾ ਵਾ, ਪਹਿਲਾਂ ਕਲਾਸ ਇੰਟਰਵਲ ਲਿਖ ਲੈਣੇ ਆ, ਫਿਰ M ਦੀ ਵੈਲਿਊ ਕੱਢ ਲੈਣੀ ਆ। ਹੁਣੀ ਸਿੱਖੀ ਅਸੀਂ M ਦੀ ਵੈਲਿਊ ਕਿਵੇਂ ਕੱਢਣੀ ਆ, ਡਿਕਟੋ ਆਏਗੀ, ਕਿਉਂਕਿ ਇਹ ਸਮ ਜਿਹੜਾ ਉਹ ਡਿਕਟੋ ਆ, ਯਾਨੀ ਕਿ ਇਹਦੀ ਜਿਹੜੀ ਵੈਲਿਊਜ਼ ਨੇ ਉਹ ਸਿਮਿਲਰ ਨੇ। ਤਾਂ ਹੁਣ ਇਹ ਤੋਂ ਬਾਅਦ ਤੁਸੀਂ ਕੀ ਕਰਨਾ, ਵੈਲਿਊ ਕਾਊਂਟ ਕਰ ਲੈਣੀ ਕਿੰਨੀਆਂ ਨੇ, 1 2 3 4 5 6। ਹੁਣ ਇੱਥੇ 6 ਵੈਲਿਊਜ਼ ਨੇ, ਤਾਂ ਹੁਣ ਤੁਸੀਂ ਇਹਦੇ ਮਿਡਲ ਵੈਲਿਊ ਲੈਣੀ ਆ। ਹੁਣ ਜੇ 6 ਦੀ ਮਿਡਲ ਵੈਲਿਊ ਦੇਖੇ ਤਾਂ 3 ਅਤੇ 4 ਦੋਨਾਂ ਦੇ ਵਿਚਾਲੇ ਆ ਰਹੀ ਆ, ਤਾਂ ਤੁਸੀਂ ਹੁਣ ਜਿਹੜਾ ਮਰਜ਼ੀ ਲੈ ਸਕਦੇ ਹੋ। ਤਾਂ ਮੈਂ ਜਿਹੜਾ ਇਹ ਸਮ ਸੋਲਵ ਕਰਨ ਦੇ ਲਈ ਕਿੰਨੀ ਲਈ ਆ, 55 ਲਈ ਆ, ਤਾਂ ਮੈਂ 55 ਲਈ ਆ। ਤੁਸੀਂ ਇਹ ਤੋਂ ਇਲਾਵਾ ਵੀ ਕੋਈ ਵੈਲਿਊ ਲੈ ਸਕਦੇ ਹੋ, 45 ਵੀ ਲੈ ਸਕਦੇ ਹੋ, ਤਾਂ ਵੀ ਆਨਸਰ ਸਿਮਿਲਰ ਆਏਗਾ। ਅਤੇ ਜਿਹੜੀ ਆ ਵੈਲਿਊ ਹੈ ਥੋੜ੍ਹੀ ਡਿਫਰ ਆ ਜਾਏਗੀ, ਜਾਣੀ ਕਿ ਇਹ ਚੇਂਜ ਹੋ ਜਾਏਗੀ। ਤਾਂ ਅਸੀਂ ਉਸ ਚੇਂਜ ਨੂੰ ਨਹੀਂ ਦੇਖਣਾ, ਕੰਸੀਡਰ ਨਹੀਂ ਕਰਨਾ ਹੈਗਾ। ਜਸਟ ਤੁਸੀਂ ਆਪਣੇ ਅਕੋਰਡਿੰਗ ਉਹ ਸਮ ਨੂੰ ਕੱਢਣ ਦੀ ਕੋਸ਼ਿਸ਼ ਕਰੋਗੇ ਤਾਂ 45 ਦੇ ਨਾਲ ਵੀ ਆਨਸਰ ਆ ਜਾਏਗਾ। ਮੀਨ ਉਸੇ ਜਾਣੀ ਕਿ ਐਫ ਦੀ ਵੈਲਿਊ ਉਵੇਂ ਹੀ ਲਿਖ ਲੈਣੀ ਆ, ਜਿਹੜੀ ਐਨ ਆਏਗੀ 70 ਟੋਟਲ। ਦੈਨ ਹੁਣ ਅਸੀਂ ਕੀ ਕਰਨਾ ਵਾ, DX ਕੱਢਣੀ ਆ। DX ਕਿੱਦਾਂ ਨਿਕਲੇਗੀ, ਜਿਹੜੀ M ਦੀ ਵੈਲਿਊ ਆ ਉਹਦੇ ਵਿੱਚੋਂ A ਦੀ ਵੈਲਿਊ ਮਾਈਨਸ ਕਰਾਂਗੇ। ਹੁਣ A ਦੀ ਵੈਲਿਊ ਅਸੀਂ ਕਿੰਨੀ ਪੁੱਟ ਕੀਤੀ ਆ, ਮੈਂ ਮੰਨੀ ਆ 55, ਤਾਂ ਅਸੀਂ ਉਹਦੇ ਅਕੋਰਡਿੰਗ ਕੱਢਾਂਗੇ। 25 - 55 ਤਾਂ ਕਿੰਨਾ ਆਏਗਾ, -30। ਇਸੇ ਤਰੀਕੇ ਨਾਲ 35 - 55, 55 ਵੱਡਾ ਵਾ ਤਾਂ ਕਰਕੇ ਕੀ ਆਏਗਾ, -20 ਵੈਲਿਊ। ਦੈਨ 45 - 55 ਤਾਂ ਕਿੰਨਾ ਆਏਗਾ, ਸਾਡਾ ਆਏਗਾ -10। ਦੈਨ ਸਾਡੀ ਵੈਲਿਊ ਕੀ ਆਏਗੀ, 55 - 55 ਤਾਂ ਕਿੰਨੀ ਆਏਗੀ, 0। ਦੈਨ ਆਏਗਾ 65 - 55 ਤਾਂ ਕਿੰਨਾ ਆਏਗਾ, +10। ਦੈਨ ਸਾਡੇ ਕੋਲ ਆਏਗਾ 75 - 55 ਕਿੰਨਾ ਆਏਗਾ, 20। ਤਾਂ ਇਹਨੂੰ ਅਸੀਂ ਇੱਦਾਂ ਹੀ ਲਿਖ ਲਾਂਗੇ। ਅਤੇ ਇਸ ਤੋਂ ਬਾਅਦ ਅਸੀਂ ਇਹਨੂੰ ਕੀ ਕਰਾਂਗੇ, FDX ਦੇ ਨਾਲ ਕੀ ਕਰਾਂਗੇ, ਮਲਟੀਪਲਾਈ, ਜਾਣੀ ਕਿ FDX ਨੂੰ ਕੀ ਕਰਾਂਗੇ, ਮਲਟੀਪਲਾਈ ਵਿਦ F ਦੇ ਨਾਲ, ਸੌਰੀ DX ਮਲਟੀਪਲਾਈ ਵਿਦ F ਦੇ ਨਾਲ। ਹੁਣ ਅਸੀਂ ਇਹ ਵੈਲਿਊ ਨੂੰ ਅਸੀਂ ਮਲਟੀਪਲਾਈ ਕਰਕੇ ਇੱਧਰ ਸਟੇਟ ਦੇ ਉੱਤੇ ਲਿਖ ਦਾਂਗੇ। ਦੇਖੋ ਹੁਣ 4 ਮਲਟੀਪਲਾਈ ਬਾਈ -30 120 ਮਾਈਨਸ ਦੇ ਵਿੱਚ ਆਏਗਾ, 7 ਮਲਟੀਪਲਾਈ ਬਾਈ 20 -140 ਦੇ ਵਿੱਚ ਆਏਗਾ, 16 ਮਲਟੀਪਲਾਈ ਬਾਈ 10 -160 ਆਏਗਾ, 0 ਮਲਟੀਪਲਾਈ ਬਾਈ 20 0 ਆਏਗਾ, 15 ਮਲਟੀਪਲਾਈ ਬਾਈ 10 ਕਿੰਨਾ ਆਏਗਾ, 150। ਦੈਨ 8 ਮਲਟੀਪਲਾਈ ਬਾਈ 20 ਇਹ ਕਿੰਨਾ ਆਏਗਾ, 160। ਅਸੀਂ ਇੱਦਾਂ ਲਿਖ ਕੇ ਜਿਹੜੀਆਂ ਮਾਈਨਸ ਦੀਆਂ ਵੈਲਿਊ ਨੇ ਉਹਨੂੰ ਅਲੱਗ ਤੋਂ ਟੋਟਲ ਕਰਾਂਗੇ, ਤਾਂ ਉਹਦਾ ਆਨਸਰ ਆਏਗਾ -120 -420 ਆਏਗਾ। ਹੁਣ ਕਿੱਦਾਂ ਆ, ਦੇਖੋ 120 ਮਾਈਨਸ ਪਲੱਸ ਹੁੰਦੇ ਆ 140 ਦੇ ਵਿੱਚ, ਜਦੋਂ ਮਾਈਨਸ ਪਲੱਸ ਕਰਾਂਗੇ ਤਾਂ ਆਏਗਾ 260। ਉਹ ਕਿਹਦਾ ਆਏਗਾ, 260 ਪਲੱਸ ਦਾ, ਮਾਈਨਸ ਦਾ ਆਏਗਾ, ਕਿਉਂਕਿ ਜਿਹੜਾ 140 ਉਹਦਾ ਸਾਈਨ ਵੱਡਾ ਵਾ, ਤਾਂ ਕਿੰਨਾ ਆਏਗਾ, 260 ਆ ਜਾਏਗਾ। ਫਿਰ ਉਹਦੇ ਵਿੱਚ ਅਸੀਂ ਹੋਰ ਕੀ ਐਡ ਕਰਨਾ ਵਾ, 260 ਮਾਈਨਸ
ਤੇ ਮਾਈਨਸ 160। ਜਦੋਂ ਅਸੀਂ ਇਹਦੇ ਵਿੱਚ ਪਲੱਸ ਕਰਾਂਗੇ ਤਾਂ ਆਨਸਰ ਆਏਗਾ ਮਾਈਨਸ ਦੇ ਵਿੱਚ, ਕਿਉਂਕਿ 260 ਵੱਡਾ ਵਾ ਤਾਂ ਆਨਸਰ ਕਿੰਨਾ ਆਏਗਾ ਮਾਈਨਸ 420 ਆ ਜਾਏਗਾ। ਇਸ ਤੋਂ ਬਾਅਦ ਇਸੇ ਤਰੀਕੇ ਨਾਲ ਅਸੀਂ ਪਲੱਸ ਦੀ ਵੈਲਿਊ ਦਾ ਕਰ ਲੈਣਾ ਵਾ, ਉਹ ਆਏਗਾ 310 ਮਾਈਨਸ ਪਲੱਸ ਕੀ ਹੋਣਗੇ ਮਾਈਨਸ, ਕਿਉਂਕਿ ਇਹਨੂੰ ਵੀ ਸੋਲਵ ਕਰਨਾ ਪਏਗਾ। ਜਦੋਂ ਅਸੀਂ ਇਹਨੂੰ ਸੋਲਵ ਕਰਾਂਗੇ ਤਾਂ ਆਨਸਰ ਆਏਗਾ ਮਾਈਨਸ 110। ਤਾਂ ਉਹ ਵੈਲਿਊ ਜਿਹੜੀ FDX ਦੀ ਆ ਚੁੱਕੀ ਆ। ਹੁਣ ਸਾਡੇ ਕੋਲ ਜਿਹੜੇ ਫਾਰਮੂਲੇ ਦੇ ਵਿੱਚ ਵੈਲਿਊਜ਼ ਚਾਹੀਦੀਆਂ ਸੀਗੀਆਂ ਉਹ ਸਾਰੀਆਂ ਆ ਚੁੱਕੀਆਂ ਨੇ। ਠੀਕ ਹੈ ਜੀ, ਸਾਡੇ ਫਾਰਮੂਲੇ ਦੇ ਵਿੱਚ ਸਾਨੂੰ ਚਾਹੀਦੀ ਸੀ ਇੱਕ A ਚਾਹੀਦਾ ਸੀ ਅਜ਼ਿਊਮਡ ਮੀਨ, ਉਹ ਹੈ ਸਾਡਾ 55 ਅਸੀਂ ਮੰਨਿਆ ਹੋਇਆ ਵਾ। ਦੈਨ ਸਾਨੂੰ FTX ਚਾਹੀਦੀ ਸੀ, ਉਹ ਹੁਣੀ ਅਸੀਂ ਕੱਢੀ ਹੈ, ਕੈਲਕੂਲੇਟ ਕੀਤੀ ਆ 110। ਦੈਨ ਫਿਰ ਸਾਨੂੰ ਚਾਹੀਦੀ ਸੀ F ਦੀ ਵੈਲਿਊ ਕਿੰਨੀ ਆ 70। ਠੀਕ ਹੈ ਜੀ, ਅਸੀਂ ਹੁਣ ਇਹ ਵੈਲਿਊ ਪੁੱਟ ਕਰਾਂਗੇ ਅਤੇ ਇਹ ਸਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੀ ਸਾਰੇ ਬੱਚੇ ਨੂੰ ਇਹ ਆਪਣੇ ਆਪ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਕੈਲਕੂਲੇਟ ਕਰਦੇ ਹਾਂ, ਦੇਖੋ 55 ਪਲੱਸ ਮਾਈਨਸ 110 ਓਵਰ 70, 0 ਨਾਲ 0 ਕਟਿੰਗ ਹੋ ਜਾਏਗੀ। ਹੁਣ 11 ਨੂੰ 7 ਦੇ ਨਾਲ ਡਿਵਾਈਡ ਕਰਾਂਗੇ ਤਾਂ ਕਿੰਨਾ ਆਏਗਾ, ਪਲੱਸ ਮਾਈਨਸ ਆਏਗਾ, ਯਾਨੀ ਕਿ ਮਾਈਨਸ 1.57 ਜਿਹੜੀ ਹੈ ਇਹਦੀ ਵੈਲਿਊ ਆ ਜਾਏਗੀ। ਹੁਣ ਫਿਰ ਇਹ 55 ਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਕਿੰਨਾ ਆਏਗਾ 53.43। ਹੁਣ ਜੇ ਤੁਸੀਂ ਇਹਦੇ ਆਨਸਰ ਨੂੰ ਕੈਲਕੂਲੇਟ ਕਰੋਗੇ ਜਾਂ ਇਹਦੇ ਆਨਸਰ ਨੂੰ ਚੈੱਕ ਕਰੋਗੇ ਤਾਂ ਇਹਦਾ ਆਨਸਰ ਕਿੰਨਾ ਆਏਗਾ, ਜਿਹੜਾ ਅਸੀਂ ਪਹਿਲੇ ਡਾਇਰੈਕਟ ਮੈਥਡ ਦੇ ਨਾਲ ਆਨਸਰ ਕੱਢਿਆ ਸੀ ਟਿਕਟੋ ਦਾ ਆਨਸਰ ਆਏਗਾ, ਦੇਖੋ 53.43। ਅਤੇ ਜਿਹੜਾ ਹੁਣ ਅਸੀਂ ਕੱਢਿਆ ਵਾ ਸ਼ਾਰਟਕਟ ਮੈਥਡ ਦੇ ਨਾਲ ਤਾਂ ਉਹਦਾ ਵੀ ਆਨਸਰ ਕਿੰਨਾ ਆਇਆ 53.43। ਤਾਂ ਇਸ ਦਾ ਮਤਲਬ ਕੀ ਆ ਵੀ ਜੇਕਰ ਤੁਸੀਂ ਕਿਸੇ ਵੀ ਸਮ ਨੂੰ, ਜੇਕਰ ਤੁਹਾਨੂੰ ਮੈਥਡ ਨਹੀਂ ਦੱਸਿਆ ਗਿਆ ਤਾਂ ਜਿਹੜਾ ਈਜ਼ੀ ਮੈਥਡ ਲੱਗਦਾ ਤੁਹਾਨੂੰ, ਸ਼ਾਰਟਕਟ ਈਜ਼ੀ ਲੱਗਦਾ ਸ਼ਾਰਟਕਟ, ਜੇਕਰ ਡਾਇਰੈਕਟ ਮੈਥਡ ਈਜ਼ੀ ਲੱਗਦਾ ਤਾਂ ਡਾਇਰੈਕਟ ਮੈਥਡ, ਜੇਕਰ ਤੁਹਾਨੂੰ ਕਹਤਾ ਵੀ ਪਾਰਟੀਕੂਲਰ ਉਸ ਸਮ ਦੇ ਵਿੱਚ ਪਾਰਟੀਕੂਲਰ ਮੈਥਡ ਲਗਾਓ ਤਾਂ ਤੁਹਾਨੂੰ ਉਹੀ ਕੈਲਕੂਲੇਟ ਕਰਨਾ ਪਏਗਾ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ। ਹੁਣ ਅਸੀਂ ਨੈਕਸਟ ਮੈਥਡ ਵੱਲ ਵੱਲਦੇ ਹਾਂ। ਇਹ ਲਾਸਟ ਮੈਥਡ ਹੈ ਇਸ ਸੈਸ਼ਨ ਦਾ। ਇਸ ਮੈਥਡ ਦਾ ਨਾਮ ਹੈ ਸਟੈਪ ਡੈਵੀਏਸ਼ਨ। ਸਟੈਪ ਡੈਵੀਏਸ਼ਨ ਹੁੰਦਾ ਵਾ, ਇਹ ਹੋਰ ਸ਼ਾਰਟਕਟ ਹੁੰਦੀ ਹੈ, ਇਹ ਸ਼ਾਰਟ ਕੈਲਕੂਲੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ। ਇਹਦੇ ਵਿੱਚ ਅਸੀਂ ਫੈਕਟਰ ਆਫ ਡੈਵੀਏਸ਼ਨ ਕੱਢਦੇ ਹਾਂ ਵੀ ਇਹਦੇ ਵਿੱਚ ਕਿੰਨਾ ਡੈਵੀਏਸ਼ਨ ਆਏਗਾ, ਅਤੇ ਆਈ ਦੀ ਵੈਲਿਊ ਜਿਹੜੀ ਆ ਉਹ ਕੰਸੀਡਰ ਕਰਕੇ ਇਹਨੂੰ ਈਜ਼ੀਲੀ ਫਾਰਮੂਲੇ ਨਾਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਫਾਰਮੂਲਾ ਬਣੇਗਾ ਅਜ਼ਿਊਮਡ ਮੀਨ ਪਲੱਸ ਸਮੇਸ਼ਨ FDX ਡੈਸ਼ ਓਵਰ F ਇੰਟੂ ਆਈ। ਅਸੀਂ ਇਹ ਵੈਲਿਊ ਦੇ ਨਾਲ ਇਹਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। ਹੁਣ ਇਹਦੇ ਵਿੱਚ ਸਾਰੀਆਂ ਵੈਲਿਊ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਵੀ ਇਹ ਕੀ ਹੁੰਦੀ ਹੈ, FDX ਡੈਸ਼ ਕਿੱਦਾਂ ਆਏਗੀ, ਜਾਂ F ਜਾਂ N ਕਿੱਦਾਂ ਆਏਗੀ, ਇੰਟੂ ਆਈ ਕਿਵੇਂ ਆਏਗੀ, ਇਹ ਸਾਰੀਆਂ ਚੀਜ਼ਾਂ ਦੱਸੂਗਾ। ਸਭ ਤੋਂ ਪਹਿਲਾਂ ਅਸੀਂ ਜਿਹੜੀ ਆ ਸੀਰੀਜ਼ ਦਿੱਤੀ ਹੋਈ ਆ ਉਹ ਦੇਖਣੀ ਆ, ਤੁਸੀਂ ਸਾਰੇ ਬੱਚਿਆਂ ਨੇ ਕੰਸੀਡਰ ਕਰਨੀ ਆ। ਉਹਦੇ ਵਿੱਚ ਜਿਹੜੀਆਂ ਵੈਲਿਊਜ਼ ਦਿੱਤੀਆਂ ਹੋਈਆਂ ਨੇ ਉਹ ਵੀ ਤੁਸੀਂ ਕੰਸੀਡਰ ਕਰਨੀਆਂ ਨੇ ਵੀ ਵੈਲਿਊਜ਼ ਕਿੰਨੀਆਂ ਦਿੱਤੀਆਂ ਹੋਈਆਂ ਨੇ। ਮੈਂ ਤੁਹਾਨੂੰ ਫਿਰ ਵੀ ਦਿਖਾ ਦਾਂ ਤਾਂ ਜੋ ਤੁਸੀਂ ਕੀ ਆ ਉਸ ਚੀਜ਼ ਨੂੰ ਦੇਖ ਸਕੋ। ਦੇਖੋ ਸੀਰੀਜ਼ ਕਿਵੇਂ ਬਣੀ ਹੋਈ ਹੈ, ਕਲਾਸ ਇੰਟਰਵਲ ਲਿਖਿਆ ਹੋਇਆ CI, ਤਾਂ ਉਹ 100 to 90, 90 to 80, 70 to 80। ਚਾਹੇ ਤਾਂ ਤੁਸੀਂ ਇਹਨੂੰ ਸਿੱਧਾ ਕਰ ਸਕਦੇ ਹੋ, ਜੇਕਰ ਤੁਸੀਂ ਇਹਨੂੰ ਸਿੱਧਾ ਕੀਤਾ ਤਾਂ ਸਾਰੀ ਵੈਲਿਊ ਸਿੱਧੀਆਂ ਕਰਨੀਆਂ ਪੈਣਗੀਆਂ। ਜਿਵੇਂ ਜੋ ਤੁਸੀਂ 0 to 10 ਲਿਖਿਆ ਤਾਂ 4 ਅੱਗੇ ਆਏਗਾ, ਫਿਰ ਇਸੇ ਤਰੀਕੇ ਨਾਲ 10 to 20 ਲਿਖਿਆ ਤਾਂ 2 ਅੱਗੇ ਆਏਗਾ। ਜੇਕਰ ਤੁਸੀਂ ਇੱਦਾਂ ਰੱਖਣਾ ਚਾਹੁੰਦੇ ਹੋ ਤਾਂ ਇੱਦਾਂ ਵੀ ਸਹੀ ਆ। ਹੁਣ ਦੇਖੋ ਮੈਂ ਜਿਹੜਾ ਸਮ ਸੋਲਵ ਕੀਤਾ ਉਹ ਇੱਦਾਂ ਰੱਖ ਕੇ ਹੀ ਕੀਤਾ ਵਾ, ਤਾਂ ਇਹਦੇ ਵਿੱਚ ਤੁਹਾਨੂੰ ਸਮ ਸੋਲਵ ਕਰਕੇ ਦਿਖਾਉਣਾ। ਆਹ ਦੇਖੋ ਜੀ, ਕਲਾਸ ਜਿਹੜੀ ਇੰਟਰਵਲ ਆ ਉਹ ਆਪਾਂ 100 to 19 ਹੀ ਲਈ ਆ। ਇਸ ਤੋਂ ਬਾਅਦ ਅਸੀਂ ਆਈ ਲੈ ਲੈਣੀ ਆ, ਜਿਹੜੀ ਚੀਜ਼ ਦਿੱਤੀ ਹੋਈ ਆ। ਕਲਾਸ ਇੰਟਰਵਲ ਸਾਰੇ ਜਣਿਆਂ ਨੇ ਐਜ਼ ਇਟ ਇਜ਼ ਹੀ ਲਿਖ ਲੈਣੀ ਆ ਜਿਹੜੀ ਦਿੱਤੀ ਹੋਈ ਸੀਗੀ। ਠੀਕ ਹੈ ਜੀ, ਅਤੇ ਮੈਂ ਉਹ ਇੱਕ ਵਾਰ ਫਿਰ ਵੀ ਦਿਖਾ ਦਿੰਦਾ ਸਾਰੇ ਬੱਚਿਆਂ ਨੂੰ। ਹਾਂਜੀ, ਸਾਰੇ ਬੱਚਿਆਂ ਨੂੰ ਦਿਖ ਰਹੀ ਹੋਏਗੀ। ਠੀਕ ਹੈ ਜੀ, ਫਿਰ ਅਸੀਂ ਵੈਲਿਊ ਕੱਢਣੀ ਹੈ M ਦੀ। ਠੀਕ ਹੈ ਜੀ, ਤਾਂ M ਦੀ ਵੈਲਿਊ ਉਹੀ ਆ 100 ਪਲੱਸ 90 ਓਵਰ 2, 190 ਆਏਗਾ। 190 ਨੂੰ 2 ਦੇ ਨਾਲ ਡਿਵਾਈਡ ਕਰਾਂਗੇ ਤਾਂ ਕਿੰਨਾ ਆਏਗਾ 190 ਡਿਵਾਈਡ ਬਾਈ 2। ਜੇ ਅਸੀਂ ਕਟਿੰਗ ਕਰਾਂਗੇ ਤਾਂ 95 ਆਨਸਰ ਆਏਗਾ। ਤਾਂ M ਦੀ ਵੈਲਿਊ ਕਿੰਨੀ ਆਈ ਆ 95। ਤਾਂ ਹੁਣ ਦੇਖੋ ਤੁਸੀਂ ਇਹ ਵੈਲਿਊ ਕੀ ਆ, ਪੁੱਠੀਆਂ ਦਿੱਤੀਆਂ ਹੋਈਆਂ ਨੇ, ਤਾਂ ਇਸ ਦਾ ਮਤਲਬ ਕੀ ਆ, ਪਹਿਲਾਂ ਡਿਫਰੈਂਸ ਕੱਢ ਲੈਣਾ। ਇਹਦਾ ਡਿਫਰੈਂਸ ਕਿੰਨਾ ਵਾ 90 ਅਤੇ 100 ਦੇ ਵਿੱਚ 10 ਦਾ ਡਿਫਰੈਂਸ ਆ, ਤਾਂ ਉਹ ਮਾਈਨਸ ਕਰਾਂਗੇ ਕਿਉਂਕਿ ਇਹ ਵੈਲਿਊ ਕੀ ਆ ਸਾਨੂੰ ਉਲਟੀ ਦਿੱਤੀ ਹੋਈ ਹੈ, ਯਾਨੀ ਕਿ ਰੈਸੀਪ੍ਰੋਕਲ ਦਿੱਤੀ ਹੋਈ ਹੈ। ਤਾਂ ਉਹ ਰੈਸੀਪ੍ਰੋਕਲ ਨੂੰ ਸਹੀ ਕਰਨ ਲਈ ਸਾਨੂੰ ਕੀ ਕਰਨਾ ਪਏਗਾ, ਉਹਦੇ ਵਿੱਚੋਂ ਅਸੀਂ ਪਹਿਲਾਂ ਪਲੱਸ ਕਰ ਦਿੰਦੇ ਸੀ ਤਾਂ ਇੱਥੇ ਕਰਾਂਗੇ ਮਾਈਨਸ। ਤਾਂ 95 ਦੇ ਵਿੱਚੋਂ 10 ਮਾਈਨਸ ਕਰਾਂਗੇ 85, ਫਿਰ 75, 65, 55, 45, 35, 25, 25, 15 ਅਤੇ 5। ਇਹਦਾ ਚਾਹੇ ਤੁਸੀਂ ਟੋਟਲ ਵੀ ਕਰਕੇ ਦੇਖ ਸਕਦੇ ਹੋ, ਜਿਵੇਂ 20 ਪਲੱਸ 30, 20 ਪਲੱਸ 10 30 ਡਿਵਾਈਡ ਬਾਈ 2 ਕਿੰਨਾ ਆਏਗਾ M ਦੀ ਵੈਲਿਊ 15। ਤਾਂ ਇਹ ਆ ਜਾਏਗੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਜਿਹੜੀ ਆ ਵੈਲਿਊ ਦਿੱਤੀ ਹੈ DX, ਇਹ ਕੈਲਕੂਲੇਟ ਕਰਨ ਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਕੰਪਲੀਕੇਸ਼ਨ ਕਰਨੀ ਪਏਗੀ। ਸਭ ਤੋਂ ਪਹਿਲਾਂ ਇਹਦੇ ਵਿੱਚ ਅਜ਼ਿਊਮ ਕਰਨਾ ਪਏਗਾ, ਵੈਲਿਊ ਕਾਊਂਟ ਕਰ ਲਓ ਕਿੰਨੀਆਂ ਨੇ 1 2 3 4 5 6 7 8 9 10।
10 ਵੈਲਿਊਜ਼ ਨੇ ਇਹਦੇ ਵਿੱਚ। ਤਾਂ ਹੁਣ ਜਿਹੜੀਆਂ 10 ਵੈਲਿਊਜ਼ ਨੇ, ਹੁਣ ਤੁਸੀਂ ਸੋਚਣਾ ਵੀ ਇਹਦੇ ਵਿੱਚ ਅਸਿਊਮਡ ਮੀਨ ਕਿੰਨਾ ਲਈਏ। ਇਹਦੇ ਵਿੱਚ ਮਿਡ ਦੀ ਵੈਲਿਊ ਜੇ ਦੇਖੀ ਜਾਵੇ 5th ਤੇ 6th ਵੈਲਿਊ ਬਣਦੀ ਹੈ, ਤਾਂ ਮੈਂ ਇਹਦੇ ਵਿੱਚ ਜਿਹੜੀ ਵੈਲਿਊ ਲਈ ਆ ਉਹ 55 ਲੈ ਲਈ। 55 ਦੇਖੋ ਹੁਣ ਕਿੰਨੇ 5th ਨੰਬਰ 'ਤੇ ਆਉਂਦੀ ਆ, ਅਤੇ ਮੈਂ ਉਹ ਲੈ ਲਈ। ਤੁਸੀਂ 45 ਵੀ ਲੈ ਸਕਦੇ ਹੋ, ਡਿਪੈਂਡ ਕਰੇਗਾ ਤੁਹਾਡੇ ਉੱਤੇ। ਮੈਂ ਹੁਣ ਇਹਨੂੰ ਕੀ ਕਰਨਾ, 55 ਨੂੰ ਜਿਵੇਂ ਅਸੀਂ ਪਹਿਲਾਂ ਕਰਦੇ ਹੁੰਦੇ ਸੀ, ਉਹਨੂੰ ਮਾਈਨਸ ਕਰਾਂਗੇ 95 ਦੇ ਵਿੱਚੋਂ। ਦੇਖੋ ਕਿੰਨੀ ਵੈਲਿਊ ਆਏਗੀ, ਉਹਦੀ ਵੈਲਿਊ ਆਏਗੀ 40 ਪਲੱਸ ਦੀ। ਇਸੇ ਤਰੀਕੇ ਨਾਲ 55 ਮਾਈਨਸ 85 ਤਾਂ ਕਿੰਨਾ ਆਏਗਾ, 30। ਪਹਿਲੇ ਦੀ 40, ਫਿਰ 30, ਫਿਰ 20, ਅਤੇ ਦੈਨ ਸਾਡੇ ਕੋਲ ਕੀ ਆਏਗਾ, 10 ਆ ਜਾਏਗਾ ਜਦੋਂ ਅਸੀਂ 65 ਦੇ ਵਿੱਚੋਂ ਮਾਈਨਸ ਕਰਾਂਗੇ। ਠੀਕ ਹੈ ਜੀ। ਤਾਂ ਇਸੇ ਤਰੀਕੇ ਨਾਲ ਜਦੋਂ 55 ਦੇ ਵਿੱਚੋਂ ਕੀਤਾ 0, ਜੇ ਮਾਈਨਸ, ਫਿਰ ਉਸ ਤੋਂ ਬਾਅਦ ਮਾਈਨਸ 'ਚ ਵੈਲਿਊ ਆਏਗੀ ਕਿਉਂਕਿ 45 ਛੋਟਾ ਵਾ 55 ਦੇ ਨਾਲੋਂ, ਤਾਂ ਕਿੰਨਾ ਆਏਗਾ, -10, -20, -30, -40 ਅਤੇ -50। ਆਹ ਵੈਲਿਊਜ਼ ਨਿਕਲ ਕੇ ਆ ਜਾਣਗੀਆਂ। ਇਸ ਵੈਲਿਊ ਤੋਂ ਬਾਅਦ ਤੁਸੀਂ ਇੱਕ ਚੀਜ਼ ਕੰਸੀਡਰ ਕਰਨੀ ਆ, ਤੁਸੀਂ ਆਈ ਦੀ ਵੈਲਿਊ ਕੱਢਣੀ ਆ। ਤਾਂ ਆਈ ਦੀ ਵੈਲਿਊ ਕਿਵੇਂ ਨਿਕਲੇਗੀ, ਇਹ ਤੁਸੀਂ ਦੇਖ ਲੈਣਾ ਵੀ ਜਿਹੜਾ ਇਹ 40, 30, 20, ਇਹ ਦੇਖ ਲੈਣਾ ਵੀ ਕਿਹੜੇ ਇੱਕ ਟੇਬਲ ਦੇ ਉੱਤੇ ਆ ਸਕਦੇ ਆ। ਹੁਣ ਇੱਥੇ ਤੁਸੀਂ ਟੇਬਲ ਕਈ ਚੀਜ਼ਾਂ ਦੇ ਨੇ, ਇਹ ਸਾਰੀਆਂ ਵੈਲਿਊ 2 ਦੇ ਟੇਬਲ 'ਤੇ ਆਉਂਦੀਆਂ ਨੇ, 5 ਦੇ ਟੇਬਲ 'ਤੇ ਆਉਂਦੀਆਂ ਨੇ, ਅਤੇ 10 ਦੇ ਟੇਬਲ 'ਤੇ ਆਉਂਦੀਆਂ ਨੇ। ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਟੇਬਲ ਨਾਲ ਡਿਵਾਈਡ ਕਰਦੇ ਹੋ। ਜੇਕਰ ਤੁਸੀਂ 2 ਦੇ ਨਾਲ ਡਿਵਾਈਡ ਕਰਦੇ ਹੋ ਤਾਂ ਆਈ ਦੀ ਵੈਲਿਊ ਜੇ ਅਸੀਂ ਫਾਰਮੂਲਾ ਪੁੱਟ ਕਰਨਾ ਤਾਂ 2 ਲੈਣੀ ਹੈ। ਜੇਕਰ ਤੁਸੀਂ ਵੈਲਿਊ 5 ਪੁੱਟ ਕਰਦੇ ਹੋ ਆਈ ਦੀ, ਤਾਂ 5 ਦਾ ਜਿਹੜੀ ਆਈ ਦੀ ਵੈਲਿਊ ਹੋਏਗੀ ਉਹ 5 ਲੈਣੀ ਆ। ਬਟ ਮੈਨੂੰ ਸਭ ਤੋਂ ਈਜ਼ੀ ਲੱਗਿਆ, ਕੀ ਈਜ਼ੀ ਲੱਗਦਾ ਵਾ, 10 ਵੀ। ਜੇਕਰ ਮੈਂ 10 ਦੀ ਵੈਲਿਊ ਲੈ ਲੂੰਗਾ, ਉਹ ਕਟਿੰਗ ਕਰਨੀ ਵੀ ਈਜ਼ੀ ਆ ਅਤੇ ਉਹਦੇ ਨਾਲ ਸੋਲਵ ਕਰਨਾ ਵੀ ਈਜ਼ੀ ਆ। ਤਾਂ ਮੈਂ ਇਹਦੀ ਵੈਲਿਊ ਕਿੰਨੀ ਲੈ ਲਈ, 10 ਲੈ ਲਈ। ਤਾਂ ਮੈਂ ਹੁਣ ਸਾਰੀਆਂ ਜਿੰਨੀਆਂ ਵੀ ਵੈਲਿਊ ਸੀਗੀਆਂ ਮੈਂ ਉਹ ਸਾਰੀਆਂ ਵੈਲਿਊਜ਼ ਨੂੰ ਕੀ ਕੀਤਾ, 10 ਦੇ ਨਾਲ ਕਰ ਲਿਆ ਡਿਵਾਈਡ। ਹੁਣ ਜੋ ਮੈਂ 4 ਨੂੰ ਡਿਵਾਈਡ ਕਰੂੰਗਾ ਤਾਂ ਕਿੰਨਾ ਆਏਗਾ, 4 40 ਨੂੰ, ਫਿਰ 3 ਦੇ 30 ਨਾਲ ਕਰੂੰਗਾ 3, ਜੇ 2 ਨਾਲ ਕਰੂੰਗਾ 2, 1 ਦੇ ਨਾਲ ਕਰੂੰਗਾ 1, ਤਾਂ ਇੱਥੇ ਕੀ ਆਏਗਾ, -1, -2, -3, -4, ਅਤੇ ਇੱਥੇ ਆਏਗਾ -50 ਸੀ, ਤਾਂ ਆਏਗਾ -5। ਤਾਂ ਇਹ ਵੈਲਿਊਜ਼ ਆਉਣਗੀਆਂ। ਅਤੇ ਇਹ ਵੈਲਿਊ ਤੋਂ ਬਾਅਦ ਅਸੀਂ ਕੀ ਕਰਨਾ ਵਾ, ਹੁਣ ਇਹਦੀ ਕੈਲਕੂਲੇਸ਼ਨ ਜੋ ਮੈਂ ਤੁਹਾਨੂੰ ਦਿਖਾਵਾਂ, ਜਿਹੜੀ ਆਪਾਂ ਹੁਣ ਕੈਲਕੂਲੇਟ ਕੀਤੀ ਆ, ਤਾਂ ਉਹ ਵੈਲਿਊ ਐਜ਼ ਇਟ ਇਜ਼ ਹੀ ਇੱਦਾਂ ਪਈ ਹੋਏਗੀ। ਤਾਂ ਉਹ ਤੁਹਾਨੂੰ ਦਿਖਾ ਦਿੰਦਾ ਵਾ ਕਿੱਦਾਂ ਆਏਗੀ। ਆ ਦੇਖੋ, ਆ ਪਈ ਆ। ਠੀਕ ਹੈ ਜੀ। +4, +3, +2, +1, -1, -2, -3, -5, -4, ਇਹ ਸਾਰੀਆਂ ਵੈਲਿਊਜ਼ ਐਜ਼ ਇਟ ਇਜ਼ ਆ ਜਾਣਗੀਆਂ। ਹੁਣ ਅਸੀਂ ਕੀ ਕੱਢਣਾ ਵਾ, FDX ਕੱਢਣਾ ਵਾ। ਤਾਂ DX' ਜਿਹੜੀ ਆ ਵੈਲਿਊ, ਉਹਨੂੰ ਮਲਟੀਪਲਾਈ ਕਰਾਂਗੇ ਕਿਹਦੇ ਨਾਲ, F ਦੇ ਨਾਲ। ਹੁਣ ਸਾਡੀ F ਦੀ ਵੈਲਿਊ ਦੇਖੋ ਕਿੰਨੀ ਆ। ਫਸਟ ਹੈਗਾ 4 ਨੂੰ 4 ਨਾਲ ਮਲਟੀਪਲਾਈ ਕਰਾਂਗੇ, 16 ਆਏਗਾ। 3 ਨੂੰ 8 ਦੇ ਨਾਲ ਕਰਾਂਗੇ, 24 ਆਏਗਾ। 2 ਨੂੰ 16 ਦੇ ਨਾਲ ਕਰਾਂਗੇ, 32 ਆਏਗਾ। 16 × 1 16 ਹੀ ਆਏਗਾ। 0 × 24 ਕਿੰਨਾ ਆਏਗਾ, 0 ਆਏਗਾ। ਦੈਨ -1 ਦੇ ਨਾਲ 18 ਨੂੰ ਕਰਾਂਗੇ ਤਾਂ ਕਿੰਨਾ ਆਏਗਾ, -18। 2 ਨਾਲ ਕਰਾਂਗੇ ਤਾਂ 28, 3 ਨਾਲ ਕਰਾਂਗੇ ਤਾਂ -30, ਅਤੇ 4 ਨਾਲ ਕਰਾਂਗੇ -8, ਅਤੇ ਜੇਕਰ 5 ਦੇ ਨਾਲ ਕਰਾਂਗੇ -20 ਆਏਗਾ। ਤਾਂ ਉਸੇ ਤਰੀਕੇ ਨਾਲ ਜਿਹੜੀ ਮਾਈਨਸ ਦੀਆਂ ਵੈਲਿਊ ਉਹਨਾਂ ਨੂੰ ਅਲੱਗ ਪਲੱਸ ਕਰਾਂਗੇ, ਤਾਂ ਮਾਈਨਸ ਪਲੱਸ ਹੁੰਦਾ ਵਾ, ਅਤੇ ਸਾਈਨ ਜਿਹੜਾ ਵੱਡੇ ਦਾ ਆਏਗਾ ਤਾਂ ਕਿੰਨਾ ਆ ਜਾਏਗਾ, -104, ਅਤੇ ਪਲੱਸ ਵਾਲੀਆਂ ਅਲੱਗ ਤੋਂ ਪਲੱਸ ਕਰਾਂਗੇ ਤਾਂ ਵੈਲਿਊ ਕਿੰਨੀ ਆਏਗੀ, 88। ਪਲੱਸ ਮਾਈਨਸ, ਤਾਂ ਇਹਦੇ ਵਿੱਚ ਆਨਸਰ ਕਿੰਨਾ ਆਏਗਾ, -104 + 88। ਜਦੋਂ ਅਸੀਂ ਇਹਨੂੰ ਪਲੱਸ ਮਾਈਨਸ ਤਾਂ ਸਾਈਨ ਕਿਹਦਾ ਆਏਗਾ, ਮਾਈਨਸ ਦਾ, ਅਤੇ ਵੈਲਿਊ ਆਏਗੀ -16। ਹੁਣ ਸਾਡੇ ਕੋਲ ਫਾਰਮੂਲਾ ਗਿਵਨ ਆ ਜਿਹੜਾ ਅਸੀਂ ਪਹਿਲਾਂ ਡਿਸਕਸ ਕੀਤਾ ਸੀ। ਦੇਖੋ, A+ ਸਮੇਸ਼ਨ FDX' F × I। ਤਾਂ ਹੁਣ ਅਸੀਂ ਇਹਦੀ ਵੈਲਿਊ ਜਿਹੜੀਆਂ ਨੇ ਉਹ ਪੁੱਟ ਕਰਾਂਗੇ, ਅਤੇ ਫਿਰ ਉਹ ਸਮ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। ਦੇਖੋ, A ਦੀ ਵੈਲਿਊ ਅਸੀਂ ਕਿੰਨੀ ਕੰਸੀਡਰ ਕੀਤੀ ਸੀ, 55। FDX' ਦੀ ਜਿਹੜੀ ਆ ਵੈਲਿਊ ਉਹ ਕਿੰਨੀ ਕੰਸੀਡਰ ਕੀਤੀ ਆ, ਹੁਣੀ ਕੱਢੀ ਆ, -16। ਅਤੇ ਜਿਹੜੀ ਸਾਡੀ F ਦੀ ਵੈਲਿਊ ਆ ਉਹ ਕਿੰਨੀ ਆ, 116। ਅਤੇ ਜਿਹੜੀ ਸਾਡੀ I ਦੀ ਵੈਲਿਊ ਆ ਉਹ ਕਿੰਨੀ ਆ, 10। ਹੁਣ ਅਸੀਂ ਇਹ ਸਾਰੀਆਂ ਵੈਲਿਊਜ਼ ਕੈਲਕੂਲੇਟ ਕਰ ਚੁੱਕੇ ਹਾਂ। ਹੁਣ ਅਸੀਂ ਇਹਨੂੰ ਜਿਹੜਾ ਫਾਰਮੂਲਾ ਵਾ ਉਹਦੇ ਵਿੱਚ ਇਹ ਵੈਲਿਊ ਜਿਹੜੀ ਆ ਉਹ ਪੁੱਟ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਆਨਸਰ ਕੱਢਣ ਦੀ ਕੋਸ਼ਿਸ਼ ਕਰਾਂਗੇ। ਲਿਖਦੇ ਹਾਂ ਵੈਲਿਊਜ਼ ਨੂੰ। ਦੇਖੋ, 55 ± 16 ਓਵਰ 116 × 10 ਇਹ ਵੈਲਿਊ ਆ। ਅਤੇ ਇਹ ਵੈਲਿਊ ਨੂੰ ਹੁਣ ਅਸੀਂ ਇਹਨੂੰ ਕਰਾਂਗੇ ਸੋਲਵ ਕਰਨ ਦੀ। ਪਹਿਲਾਂ 16 ਨੂੰ 10 ਨਾਲ ਮਲਟੀਪਲਾਈ ਕਰ ਲਾਂਗੇ, 160 ਆ ਜਾਏਗਾ। 160 ਨੂੰ 116 ਦੇ ਨਾਲ ਡਿਵਾਈਡ ਕਰਾਂਗੇ ਤਾਂ ਵੈਲਿਊ ਦੇਖੋ ਕਿੰਨੀ ਆਏਗੀ। ਹੁਣ ਮੈਂ ਇਹਨੂੰ ਥੋੜ੍ਹਾ ਜਿਹਾ ਸਾਫ਼ ਕਰ ਦੂੰਗਾ ਤਾਂ ਜੋ ਕੀ ਹੈ, ਈਜ਼ੀ ਹੋ ਸਕੇ ਸਾਡਾ। 55 ਪਲੱਸ ਮਾਈਨਸ ਹੋਣਗੇ ਤਾਂ ਆਊਗਾ 1.38। ਉਹਨੂੰ ਡਿਵਾਈਡ ਕਰਕੇ, ਸਭ ਤੋਂ ਪਹਿਲਾਂ ਬੱਚਿਆਂ ਨੇ ਸਾਰਿਆਂ ਨੇ ਡਿਵਾਈਡ ਕਰਨਾ। ਕਦੇ ਵੀ
ਕੋਈ ਵੀ ਬੱਚਾ ਇਹਨੂੰ 16 ਨੂੰ 55 ਦੇ ਵਿੱਚ ਪਲੱਸ ਕਰਕੇ 110 ਨਾਲ ਡਿਵਾਈਡ ਨਾ ਕਰ ਲਵੇ, 116 ਨਾਲ ਡਿਵਾਈਡ ਨਾ ਕਰ ਲਵੇ, ਆਨਸਰ ਗਲਤ ਆਏਗਾ। ਤਾਂ ਸਭ ਤੋਂ ਪਹਿਲਾਂ ਮਲਟੀਪਲਾਈ, ਪਹਿਲਾਂ ਡਿਵਾਈਡ ਕਰ ਲੈਣਾ, ਫਿਰ ਮਲਟੀਪਲਾਈ ਕਰ ਲਓ, ਫਿਰ ਉਦੋਂ ਬਾਅਦ ਵੈਲਿਊ ਤੁਹਾਡੀ ਇੰਨੀ ਨਿਕਲ ਕੇ ਆ ਜਾਵੇ, ਉਹਨੂੰ 150 ਦੇ ਨਾਲ ਡਿਵਾਈਡ ਕਰ ਲੈਣਾ, 55 ਦੇ ਨਾਲ ਤੁਹਾਡਾ ਆਨਸਰ ਆਏਗਾ 53.63। ਤਾਂ ਇਹ ਆਨਸਰ ਆ ਗਿਆ। ਆਈ ਹੋਪ ਤੁਹਾਨੂੰ ਵੀ ਇਹ ਸਮਝ ਆ ਗਿਆ ਹੋਊਗਾ। ਜੇਕਰ ਸਮਝ ਆ ਗਿਆ ਹੋਊਗਾ ਤਾਂ ਲਾਈਕ ਜ਼ਰੂਰ ਕਰਨਾ ਮੇਰੇ ਸੈਸ਼ਨ ਨੂੰ, ਅਤੇ ਸੈਸ਼ਨ ਦੇ ਨਾਲ ਇੱਦਾਂ ਹੀ ਜੁੜੇ ਰਹਿਣਾ ਅਤੇ ਵਧੀਆ ਢੰਗ ਨਾਲ ਸਟੱਡੀ ਕਰਦੇ ਰਹਿਣਾ। ਇਹ ਸੀਗੇ ਸਾਡੇ ਸਮ, ਇਹ ਸੀ ਤੁਹਾਡੇ ਲਈ 3 ਪ੍ਰੈਕਟੀਕਲ ਸਮ ਛੱਡ ਕੇ ਜਾ ਰਿਹਾ ਹਾਂ, ਜਿਹਦੇ ਆਨਸਰ ਵੀ ਦਿੱਤੇ ਹੋਏ ਨੇ। ਤੁਸੀਂ ਇਹਨਾਂ ਦੇ ਆਨਸਰ ਜਿਹੜੇ ਨੇ ਥਰਡ ਵਾਲੇ ਦਾ, ਉਹ ਆਨਸਰ ਮੇਰੀ ਵੀਡੀਓ ਦੇ ਵਿੱਚ ਵੀ ਪਾ ਸਕਦੇ ਹੋ, ਯਾਨੀ ਕਿ ਕਮੈਂਟ ਬਾਕਸ ਦੇ ਵਿੱਚ, ਤਾਂ ਜੋ ਕੀ ਆ ਮੈਂ ਵੀ ਜਿਹੜੇ ਬੱਚਿਆਂ ਦੇ ਆਨਸਰ ਰਾਈਟ ਆਉਣਗੇ ਅਤੇ ਜਿਨ੍ਹਾਂ ਦਾ ਸੋਲਿਊਸ਼ਨ ਸਹੀ ਢੰਗ ਦੇ ਨਾਲ ਕੱਢਿਆ ਹੋਊਗਾ, ਤਾਂ ਮੈਂ ਉਹਨਾਂ ਸਾਰੇ ਬੱਚਿਆਂ ਦੇ ਨੇਮ ਜਿਹੜਾ ਹੋਏਗਾ ਉਹ ਨੈਕਸਟ ਵੀਡੀਓ ਦੇ ਵਿੱਚ ਵੀ ਅਪਲੋਡ ਕਰੂੰਗਾ, ਜਾਂ ਅਪਲੋਡ ਕਰਨ ਤੋਂ ਬਾਅਦ ਉਹਨਾਂ ਦਾ ਨਾਮ ਜ਼ਰੂਰ ਮੈਂਸ਼ਨ ਕਰੂੰਗਾ। ਤਾਂ ਸਾਰੇ ਬੱਚੇ ਮੇਰੀ ਵੀਡੀਓ ਦੇ ਨਾਲ ਜ਼ਰੂਰ ਜੁੜ ਜਾਣਾ, ਅਤੇ ਵੱਧ ਤੋਂ ਵੱਧ ਇਸ ਚੈਨਲ ਦੇ ਨਾਲ ਜੁੜੋ ਅਤੇ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਅਤੇ ਸ਼ੇਅਰ ਕਰੋ ਸਾਰਿਆਂ ਨਾਲ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ, ਐਂਡ ਆਲਸੋ ਅਟੈਚ ਵਿਦ ਮਾਈ ਸੈਸ਼ਨ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।